ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਕਨਸੈਪਟ ਸਾਨੂੰ ਦੱਸਿਆ ਗਿਆ ਸਾਡੇ ਗੁਰੂਆਂ ਵੱਲੋਂ ਤੇ ਉਸੇ ਦੇ ਆਧਾਰ ਉੱਤੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਕੰਮ ਕਰਦੀਆਂ ਨੇ। ਐਸੀ ਇੱਕ ਸੰਸਥਾ ਹੈ ਯੂਨਾਈਟਿਡ ਸਿੱਖ ਮਿਸ਼ਨ, ਜਿਹੜੀ ਕਿ ਭਾਰਤ ਵਿੱਚ ਬਹੁਤ ਸਾਰੇ ਕੰਮ ਕਰ ਰਹੀ ਹੈ। ਆਓ ਇਸ ਦੇ ਬਾਰੇ ਤੁਹਾਨੂੰ ਜਾਣੂ ਕਰਾਉਂਦੇ ਹਾਂ ਕੈਨੇਡਾ ਦੇ ਨੈਸ਼ਨਲ ਕੋਆਰਡੀਨੇਟਰ ਕੁਲਵਿੰਦਰ ਸਿੰਘ ਮੱਲੀ ਜੀ ਤੋਂ। ਜੈ ਅਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਇਹ ਜਿਹੜੀ ਸੰਸਥਾ ਹੈ ਯੂਨਾਈਟਿਡ ਸਿੱਖ ਮਿਸ਼ਨ ਅਸਲ ਵਿੱਚ ਕੀ ਕਰ ਕੀ ਰਹੀ ਹੈਗੀ ਜੀ? ਹਰਪ੍ਰੀਤ ਸਿੰਘ ਜੀ, ਜਿਸ ਤਰ੍ਹਾਂ ਵਾਕਈ ਵੀ ਸੰਸਥਾਵਾਂ ਪੰਜਾਬ ਦੇ ਵਿੱਚ ਕਾਫੀ ਕੰਮ ਕਰਦੀਆਂ ਹੈਗੀਆਂ, ਇਸੇ ਤਰ੍ਹਾਂ ਜਿਹੜੀ ਯੂਐਸ ਸਿੱਖ ਮਿਸ਼ਨ ਇਹ 2004 ਤੋਂ ਲੈ ਕੇ ਆਮ ਜਿਹੜੇ ਉੱਥੇ ਗਰੀਬ ਲੋਕ ਹੈਗੇ ਜੀ, ਉਹਨਾਂ ਵਾਸਤੇ ਜਿਸ ਤਰ੍ਹਾਂ ਮੇਨ ਜਿਹੜਾ ਫੋਕਸ ਇਹਨਾਂ ਦਾ ਅੱਖਾਂ ਦੇ ਆਪਰੇਸ਼ਨ ਜਾਂ ਕੁਝ ਬੱਚਿਆਂ ਨੂੰ ਕੈਂਸਰ ਦੇ ਪੇਸ਼ੈਂਟਸ ਹੈਗੇ, ਉਹਨਾਂ ਨੂੰ ਇਹਨਾਂ ਨੇ ਅਡਾਪਟ ਕਰਕੇ ਉਹਨਾਂ ਦਾ ਇਲਾਜ ਕਰਵਾਇਆ। ਰਾਈਟ। ਸੋ ਮੇਨ ਜਿਹੜਾ ਇਸ ਵਕਤ ਬੜੇ ਹਾਈ ਲੈਵਲ ਤੇ ਕੰਮ ਕਰ ਰਹੇ ਉਹ ਅੱਖਾਂ ਦੇ ਆਪਰੇਸ਼ਨ ਦਾ। ਅੱਛਾ ਜੀ, ਕਦੋਂ ਹੋਈ ਸੀ ਸੰਸਥਾ ਤੇ ਕਿਉਂ ਇਹਦੀ ਜਿਸ ਤਰ੍ਹਾਂ ਨਾਂ ਯੂਨਾਈਟਿਡ ਸਿੱਖ ਮਿਸ਼ਨ, ਇਹ ਨਾਂ ਵੀ ਕੁਝ ਸ਼ੋਅ ਕਰਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮਿਸ਼ਨ ਦੇ ਰਾਹੀਂ ਅਸੀਂ ਕੁਝ ਕਰਨਾ ਚਾਹੁੰਦੇ ਹੈਗੇ। ਯੂਐਸ ਸਿੱਖ ਮਿਸ਼ਨ ਜੀ, ਜੀ, ਕਿਉਂਕਿ ਅਮਰੀਕਾ ਦੇ ਵਿੱਚ ਇਹ ਸੰਸਥਾ ਹੋਂਦ ਵਿੱਚ ਆਈ ਹੈ ਜੀ 2004 ਦੇ ਵਿੱਚ, ਔਰ ਤਕਰੀਬਨ ਅਮਰੀਕਾ ਦੀਆਂ ਕਾਫੀ ਸਟੇਟਾਂ ਦੇ ਵਿੱਚੋਂ ਆਪਣੀ ਜਿਹੜੀ ਸੰਗਤ ਆ ਬਹੁਤ ਵੱਡੇ ਰੂਪ ਦੇ ਵਿੱਚ ਇਸ ਸੰਸਥਾ ਦੇ ਨਾਲ ਜੁੜੀ ਹੋਈ ਹੈ। ਸੋ ਇਸ ਕਰਕੇ ਇਸ ਸੰਸਥਾ ਦਾ ਨਾਮ ਜਿਹੜਾ ਯੂਐਸ ਸਿੱਖ ਮਿਸ਼ਨ। ਓਕੇ। ਤੇ ਕੈਨੇਡਾ ਦੇ ਵਿੱਚ ਕਦੋਂ ਤੋਂ ਇਹ ਤੁਸੀਂ ਇਸ ਨਾਲ ਜੁੜੇ ਹੋਏ ਹੋ ਤੇ ਇੱਥੇ ਕੀ ਕੁਝ ਇੱਥੋਂ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈਗਾ? ਹਰਪ੍ਰੀਤ ਸਿੰਘ ਜੀ, 2004 ਦੇ ਵਿੱਚ ਇਹ ਸੰਸਥਾ ਹੋਂਦ ਆਉਣ ਤੋਂ ਬਾਅਦ ਜੀ ਮੈਂ ਇਸ ਸੰਸਥਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ 2008 ਦੇ ਵਿੱਚ ਜੀ। ਅੱਛਾ ਜੀ। 2008 ਦੇ ਵਿੱਚ ਮੈਂ ਆਪ ਗਿਆ, ਅਕਤੂਬਰ ਮਹੀਨੇ ਦੇ ਵਿੱਚ ਜਾ ਕੇ ਕੁਝ ਕੈਂਪ ਮੈਂ ਜਿੰਨੀ ਕਿ ਮੇਰੀ ਸਮਰੱਥਾ ਸੀ ਮੈਂ ਲਾ ਸਕਿਆ ਜੀ। 9-10 ਦੇ ਵਿੱਚ ਮੇਰੇ ਕੋਲ ਜਾਇਆ ਨਹੀਂ ਗਿਆ, 11 ਦੇ ਵਿੱਚ ਵੀ ਅਸੀਂ ਆਪ ਕੈਂਪ ਉੱਥੇ ਸਾਰੇ ਪਲਾਨ ਕੀਤੇ ਤੇ 2012 ਦੇ ਵਿੱਚ ਮੈਂ ਆਪ ਫਰਵਰੀ ਕੈਂਪ ਲਾ ਕੇ ਆਇਆ। ਠੀਕ। ਸੋ 2008 ਦੇ ਵਿੱਚ ਐਕਚੁਅਲੀ ਮੈਂ ਇਸ ਸੰਸਥਾ ਦੇ ਨਾਲ ਕੰਮ ਕਰ ਰਿਹਾ ਜੀ। ਰਾਈਟ। ਸੋ ਇਹੀ ਸੰਸਥਾ ਨੂੰ ਕਿਉਂ ਤੁਸੀਂ ਚੁਣਿਆ? ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ, ਇਹਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਆਕਰਸ਼ਿਤ ਕੀਤੀ ਜਿਹੜੀ ਕਿ ਤੁਸੀਂ ਇਸ ਨਾਲ ਜੁੜੇ? ਹਰਪ੍ਰੀਤ ਸਿੰਘ ਜੀ, ਜਿਹੜੀ ਸੰਸਥਾ ਦੇ ਵਿੱਚ ਕੁਝ ਇੱਕ ਜਿਹੜੇ ਬੰਦੇ ਕੰਮ ਕਰ ਰਹੇ ਸੀ ਮੇਰੇ ਜਾਣਕਾਰ ਸੀ ਅਸਲ ਵਿੱਚ। ਰਾਈਟ। ਤੇ ਜਿਹਦੇ ਕਰਕੇ ਮੈਂ ਇਸ ਸੰਸਥਾ ਦੇ ਨਾਲ ਮੈਂ ਇਹਨਾਂ ਦਾ ਕੰਮ ਵੇਖਿਆ ਪਹਿਲਾਂ। ਓਕੇ। ਕੰਮ ਦੇਖਣ ਤੋਂ ਬਾਅਦ ਤਕਰੀਬਨ ਹਰੇਕ ਇਨਸਾਨ ਦੇ ਵਿੱਚ, ਖਾਸ ਕਰਕੇ ਆਪਣੇ ਧਰਮ ਦੇ ਵਿੱਚ ਇੱਕ ਜਜ਼ਬਾ ਤੇ ਹਰੇਕ ਇਨਸਾਨ ਦੇ ਅੰਦਰ ਹੈ ਕਿ ਮੈਂ ਵੀ ਕੁਝ ਨਾ ਕੁਝ ਸੇਵਾ ਦੇ ਵਿੱਚ ਯੋਗਦਾਨ ਪਾਵਾਂ। ਰਾਈਟ। ਸੋ ਮੈਂ ਇਸ ਕਰਕੇ ਇਸ ਸੰਸਥਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਠੀਕ। ਇਹ ਜਿਹੜੇ ਤੁਸੀਂ ਡਾਕੂਮੈਂਟਸ ਮੈਨੂੰ ਦਿਖਾ ਰਹੇ ਹੈਗੇ ਹੋ, ਇਹਦੇ ਵਿੱਚ ਕਰਤਾਰਪੁਰ ਸਾਹਿਬ ਦਾ ਮਾਰਗ ਜਿਹੜਾ ਹੈਗਾ ਉਹਦੇ ਬਾਰੇ ਕਾਫੀ ਇਸ ਸੰਸਥਾ ਨੇ ਕੀਤਾ। ਇਹ ਕੀ ਹੈਗਾ ਸੀ ਜੀ? ਇਹ ਪੀਸ ਕੋਰੀਡੋਰ ਆ ਜੀ, ਜਿੱਥੇ ਕਰਤਾਰਪੁਰ ਸਾਹਿਬ ਜਿੱਥੇ ਪਹਿਲੇ ਪਾਤਸ਼ਾਹ ਨੇ ਅਖੀਰਲੇ 17-18 ਸਾਲ ਦਾ ਸਮਾਂ ਬਤੀਤ ਕੀਤਾ ਜੀ। ਉਸ ਵਾਸਤੇ ਇਹ ਸੰਸਥਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਕਿ ਇਹ ਐਕਚੁਅਲੀ ਇਹ ਬੜਾ ਲੰਬਾ ਕਨਸੈਪਟ ਹੈਗਾ। ਮੈਂ ਕਿਸੇ ਦਿਨ ਫੇਰ ਸਮਾਂ ਲੰਬਾ ਕੱਢ ਕੇ ਆਵਾਂਗਾ। 2010 ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਯੂਨੈਨਿਮਸਲੀ ਇਹ ਮਤਾ ਪਾਸ ਕਰਕੇ ਸੈਂਟਰ ਨੂੰ ਭੇਜਿਆ ਗਿਆ ਕਿ ਤਾਂ ਕਿ ਹੁਣ ਸੈਂਟਰ ਸਰਕਾਰ ਪਾਕਿਸਤਾਨ ਸਰਕਾਰ ਤੇ ਪ੍ਰੈਸ਼ਰ ਪਾ ਕੇ ਦੋਨੋਂ ਸਰਕਾਰਾਂ ਰਲ ਕੇ ਇਸ ਵਾਸਤੇ ਕੰਮ ਕਰਨ ਲਾਂਗਾ ਖੋਲ੍ਹਿਆ ਜਾਵੇ ਆਮ ਸਿੱਖ ਸੰਗਤਾਂ ਵਾਸਤੇ, ਹਰੇਕ ਵਾਸਤੇ। ਹਾਂਜੀ। ਸੋ ਇਹਦੇ ਉੱਤੇ ਇਸ ਸੰਸਥਾ ਵੱਲੋਂ ਫਿਰ ਕਿਸ ਤਰੀਕੇ ਨਾਲ ਕੀ ਮਤਲਬ ਕੋਈ ਪਲੈਨਿੰਗ ਕਰਕੇ ਅੱਗੇ ਭੇਜੀ ਗਈ ਕਿ ਇੱਥੇ ਕੰਮ ਹੋਵੇ? ਕਿਉਂਕਿ ਹੁਣ ਹੋਰ ਵੀ ਕਾਫੀ ਸੰਸਥਾਵਾਂ ਨੇ ਜਿਹੜੀਆਂ ਮੰਗ ਕਰ ਰਹੀਆਂ ਨੇ ਕਿ ਰਸਤਾ ਹੋਣਾ ਚਾਹੀਦਾ ਹੈ। ਹਾਂਜੀ, ਇਹ ਸ਼ੁਰੂਆਤ ਇਸ ਸੰਸਥਾ ਨੇ ਕੀਤੀ ਹੈ ਜੀ। ਕਾਫੀ ਕੁਝ ਸਾਰਾ ਇਹਦੇ ਵਿੱਚ ਪ੍ਰੂਫ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੀ ਲੈਟਰ ਵਿੱਚ ਨੇ, ਪੰਜਾਬ ਸਰਕਾਰ ਦੇ ਨੇ, ਪ੍ਰਾਈਮ ਮਿਨਿਸਟਰ ਦੇ ਨਾਲ ਰਲ ਕੇ ਜੋ ਵੀ ਕੁਝ ਕੀਤਾ ਹੈਗਾ ਸਾਰਾ ਇਹਦੇ ਵਿੱਚ ਹੈ ਜੀ। ਜੀ। ਉਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੈਂਪਸ ਲਾਉਂਦੀ ਹੈਗੀ, ਹੁਣ ਕੈਂਪਸ ਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਕਿਸ ਤਰੀਕੇ ਦੇ ਕੈਂਪਸ ਲੱਗਦੇ ਹੈਗੇ ਨੇ ਅਤੇ ਕੀ ਸਿਰਫ ਅੱਖਾਂ ਦੇ ਹੀ ਕੈਂਪਸ ਉੱਥੇ ਲਾਏ ਜਾਂਦੇ ਨੇ? ਤੇ ਜਿਸ ਤਰ੍ਹਾਂ ਆਮ ਤੌਰ ਤੇ ਹੁੰਦਾ ਹੈ ਕਿ ਉੱਥੇ ਜਾ ਕੇ ਡਾਕਟਰਸ ਜਿਹੜੇ ਨੇ ਉਹ ਲਿਆਏ ਜਾਂਦੇ ਨੇ, ਕੁਝ ਅੱਖਾਂ ਦਾ ਸਿਰਫ ਦੇਖ ਕਰਕੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ, ਤਾਂ ਇਹ ਸੰਸਥਾ ਕਿਵੇਂ ਉਹ ਕੰਮ ਆਰਗੇਨਾਈਜ਼ ਕਰਦੀ ਹੈ? ਨਹੀਂ ਹਰਪ੍ਰੀਤ ਸਿੰਘ ਜੀ, ਇਕੱਲਾ ਵੈਸੇ ਤਾਂ ਅੱਖਾਂ ਦਾ ਅਸੀਂ ਜਿਹੜੇ ਬੜੇ ਵੱਡੇ ਲੈਵਲ ਤੇ ਅੱਖਾਂ ਦੇ ਕਰ ਰਹੇ ਹਾਂ, ਲੇਕਿਨ ਇਸ ਤੋਂ ਇਲਾਵਾ ਵੀ ਤੁਹਾਡਾ ਜਿਹੜਾ ਟੌਪ ਤੇ ਲੈਟਰ ਪਿਆ ਸਾਰ ਜਸਪ੍ਰੀਤ ਸਿੰਘ, ਇਹਨਾਂ ਦਾ ਪਿੰਡ ਆ ਜੀ ਪੰਜਾਬ ਦੇ ਵਿੱਚ ਦੁੜੇ। ਅੱਛਾ ਜੀ। ਇਹਨਾਂ ਦੀ ਰਾਈਟ ਹਿਪ ਕ੍ਰੈਕ ਹੋ ਗਈ ਸੀਗੀ। ਓਕੇ। ਸੋ ਇਸ ਸੰਸਥਾ ਦਾ ਵੀ ਸਾਰਾ ਤਕਰੀਬਨ ਇਸ ਸੰਸਥਾ ਨੇ ਇਸ ਬੱਚੇ ਦਾ ਇਲਾਜ ਕਰਾਉਣ ਦੇ ਵਿੱਚ ਕਾਫੀ ਯੋਗਦਾਨ ਪਾਇਆ। ਰਾਈਟ। ਤੇ ਬਾਕੀ ਵੀ ਜੇ ਆਪਣੇ ਹਿਸਾਬ ਦੇ ਨਾਲ ਜਿੱਥੇ ਵੀ ਕਿਤੇ ਕੋਈ ਲੋੜ ਮਹਿਸੂਸ ਕਰਦਾ ਤੇ ਉੱਥੇ ਸੇਵਾ ਕੀਤੀ ਜਾਂਦੀ, ਲੇਕਿਨ ਜਿਹੜਾ ਮੇਨ ਆ ਉਹ ਅੱਖਾਂ ਦਾ ਜੀ। ਰਾਈਟ। ਪਰ ਨਾਲ ਔਰ ਜਿਹੜਾ ਅੱਖਾਂ ਦੇ ਆਪਰੇਸ਼ਨ ਦੀ ਗੱਲ ਆ ਨਾ ਜੀ, ਕੱਲਾ ਅੱਖਾਂ ਦੀ ਚੈੱਕਅਪ ਨਹੀਂ ਹੈਗੀ, ਜਨਰਲ ਚੈੱਕਅਪ ਨਹੀਂ ਹੈਗੀ। ਜਿਸ ਪੇਸ਼ੈਂਟ ਨੂੰ ਦਵਾਈ ਦੀ ਲੋੜ ਆ ਉਹਨੂੰ ਦਵਾਈ ਦਿੱਤੀ ਜਾਂਦੀ ਹੈ, ਜਿਹਨੂੰ ਐਨਕਾਂ ਦੀ ਲੋੜ ਆ ਉਹਨੂੰ ਐਨਕਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ, ਜਿਹਨਾਂ ਨੂੰ ਲੈਂਸ ਦੀ ਆਪਰੇਸ਼ਨ ਦੀ ਲੋੜ ਆ ਉਹਨਾਂ ਤੇ ਪ੍ਰੋਪਰਲੀ ਲੈਂਸ ਪਵਾਏ ਜਾਂਦੇ। ਰਾਈਟ। ਸੋ ਆਪ ਵੀ ਤੁਸੀਂ ਜਾ ਕੇ ਨਾ ਕੈਂਪਸ ਵਿੱਚ ਸ਼ਿਰਕਤ ਕੀਤੀ, ਕਿੰਨੀ ਵੱਡੀ ਸਮੱਸਿਆ ਹੈਗੀ ਹੈ ਉੱਥੇ? ਸਮੱਸਿਆ ਤੇ ਜੀ ਪੰਜਾਬ ਤਾਂ ਇਸ ਵਕਤ ਜੀ ਸਹੀ ਮੈਨੇ ਸੋਚਿਆ ਜੀ ਸਾਰਿਆਂ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਜੀ। ਚਾਹੇ ਉਹ ਕੈਂਸਰ ਦੀ ਸਮੱਸਿਆ ਹੈ, ਚਾਹੇ ਅੱਖਾਂ ਦੀ ਹੈ, ਚਾਹੇ ਹੋਰ ਕੋਈ ਬਿਮਾਰੀਆਂ, ਸਾਰਾ ਪੰਜਾਬ ਜਕੜਿਆ ਹੋਇਆ ਬਿਮਾਰੀਆਂ ਨਾਲ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਆ ਤੇ ਜਿਸ ਸਮੱਸਿਆ ਦੇ ਹੱਲ ਵਾਸਤੇ ਸਾਡੀ ਟੀਮ ਜਿਹੜੀ ਆ
ਕਾਫੀ ਵੱਡੇ ਲੈਵਲ ਤੇ ਕੰਮ ਕਰ ਰਹੀ ਹੈ ਜੀ। ਰਾਈਟ, ਮੈਂ ਦੇਖ ਰਿਹਾ ਜੀ ਤੇ ਤੁਸੀਂ ਫੀਮੇਲ ਇਨਫੈਂਟੀਸਾਈਡ ਜਿਹੜੀ ਇਸ ਸਮੇਂ ਹੋ ਰਹੀ ਹੈਗੀ ਕਿ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਗਰਭ ਵਿੱਚ ਹੀ, ਅਤੇ ਉਸ ਤੋਂ ਇਲਾਵਾ ਬਾਅਦ ਵਿੱਚ ਵੀ ਅਸੀਂ ਦੇਖ ਰਹੇ ਹਾਂ, ਉਸ ਪ੍ਰਤੀ ਵੀ ਤੁਸੀਂ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਕੰਮ ਕਰ ਰਹੇ ਜੀ, ਉੱਥੇ ਡਾਕਟਰਾਂ ਦੀ ਟੀਮ ਬਕਾਇਦਾ ਨਾਲ ਹੈਗੀ ਆ, ਔਰ ਸਾਰੇ ਉੱਥੇ ਕਾਫੀ ਵਲੰਟੀਅਰ ਵਰਕਰ ਉਹ ਵੀ ਨਾਲ ਸਾਡੇ ਇਸ ਕੰਮ ਦੇ ਤੁਰੇ ਹੋਏ ਆ, ਔਰ ਸਾਡਾ ਉਪਰਾਲਾ ਕਰ ਰਹੇ ਹਾਂ, ਯਤਨ ਆ ਸਾਡਾ ਜੀ, ਕਿਸੇ ਮਤਲਬ ਜਿਸ ਵੀ ਤਰੀਕੇ ਨਾਲ ਅਸੀਂ ਕੋਈ ਯੋਗਦਾਨ ਪਾ ਸਕੀਏ ਇੱਥੋਂ ਜਾ ਕੇ ਪਾਉਂਦੇ। ਕਿਸੇ ਵੀ ਸਮਾਜ ਨੂੰ ਜੇ ਸਟਰੋਂਗ ਬਣਾਉਣਾ ਤਾਂ ਉਸ ਦੀ ਬੁਨਿਆਦ ਹੁੰਦੀ ਸਾਡੇ ਬੱਚੇ, ਤੇ ਉਹਨਾਂ ਨੂੰ ਸਹੀ ਵਿੱਦਿਆ ਦਿੱਤੀ ਜਾਵੇ। ਕੀ ਉਸ ਪਾਸੇ ਵੀ ਧਿਆਨ ਦਿੱਤਾ ਜਾਵੇ? ਬਿਲਕੁਲ ਜੀ, ਵਿੱਦਿਆ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਂਦਾ, ਜਿਹਦੇ ਪ੍ਰੋਪਰ ਡਾਕੂਮੈਂਟਸ ਇਹਦੇ ਵਿੱਚ ਹੈਗੇ ਨੇ। ਸੋ ਜਿਸ ਤਰੀਕੇ ਨਾਲ ਵੀ ਅਸੀਂ ਯੋਗਦਾਨ ਪਾ ਸਕਦੇ ਹਾਂ, ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਕੰਮ ਕਰ ਰਹੀ ਹੈ ਇਸ ਵਿਸ਼ੇ ਤੇ। ਇੱਕ ਬਹੁਤ ਵੱਡੀ ਹੋਰ ਪ੍ਰੋਬਲਮ ਆ ਰਹੀ ਹੈ ਜੀ ਕਿ এনवायरमेंट, ਕਿਉਂਕਿ ਜਿਹੜੇ ਸਾਡੇ ਜੰਗਲ ਸਨ ਉਹ ਅਸੀਂ ਕੱਟ ਕੇ ਉਹਨਾਂ ਨੂੰ ਪੱਧਰਾ ਕਰ ਦਿੱਤਾ, ਤੇ এনवायरमेंट ਪ੍ਰਤੀ ਵੀ ਹੁਣ ਸੁਹਿਰਦ ਹੋਣਾ ਬਹੁਤ ਜ਼ਰੂਰੀ ਹੈ। ਉਸ ਪਾਸੇ ਵੀ ਕੀ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਕੋਈ ਕੰਮ ਕੀਤਾ ਜਾ ਰਿਹਾ? ਹਾਂਜੀ, ਪਿਛਲੇ 2 ਸਾਲਾਂ ਦੇ ਵਿੱਚ ਹੀ ਆਪਣੇ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਉਹਨਾਂ ਦੇ ਯਤਨਾਂ ਦੇ ਸਦਕਾ ਅਸੀਂ ਉਹਨਾਂ ਦੇ ਨਾਲ ਵੀ ਥੋੜਾ ਬਹੁਤਾ ਕੰਮ ਕਰਨ ਦਾ ਯਤਨ ਕੀਤਾ ਹੈ। ਲੇਕਿਨ ਹਾਲੇ ਵੀ ਹੋਰ ਮੈਨ ਪਾਵਰ ਨਾਲ ਹੋਣ ਦੇ ਕਾਰਨ ਅਸੀਂ ਥੋੜੇ ਜਿਹੇ ਇਸ ਕੰਮ ਤੋਂ ਪਛੜੇ ਹੋਏ, ਲੇਕਿਨ ਮਿਹਨਤ ਕਰ ਰਹੇ ਅਸੀਂ ਇਸ ਵਾਸਤੇ ਵੀ। ਓਕੇ, ਸੋ ਹੁਣ ਇਸ ਨੂੰ ਕੈਨੇਡਾ ਵਿੱਚ, ਕਿਉਂਕਿ ਅਜੇ ਕੈਨੇਡਾ ਵਿੱਚ ਬਹੁਤਾ ਅਜੇ ਇਸ ਸੰਸਥਾ ਦੇ ਬਾਰੇ ਪਤਾ ਨਹੀਂ, ਇਸ ਵਾਸਤੇ ਤੁਸੀਂ ਕੀ ਕਰ ਰਹੇ ਹੋ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ ਤੇ ਲੋਕ ਜਿਹੜੇ ਨੇ ਉਹ ਜੁੜਨ? ਤੇ ਨਾਲ ਮੋਸਟ ਇੰਪੋਰਟੈਂਟ ਗੱਲ ਜਿਹੜੀ ਆਉਂਦੀ ਉਹ ਹੈ ਕਿ ਸੰਸਥਾ ਬਣਨੀ ਤੇ ਬੜੀਆਂ ਈਜ਼ੀ ਬਣ ਜਾਂਦੀਆਂ ਨੇ, ਪਰ ਮਾਇਆ ਦੀ ਜਦ ਗੱਲ ਆਉਂਦੀ ਤਾਂ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਹੈ। ਸੋ ਕੀ ਇਹਦੇ ਕੋਈ ਐਡਮਿਨਿਸਟ੍ਰੇਟਿਵ ਕਾਸਟ ਵਗੈਰਾ ਹੈਗੀਆਂ ਨੇ ਸੰਸਥਾ ਦੀਆਂ, ਤੇ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਅੱਗੇ ਲੋਕਾਂ ਤੱਕ? ਬੜਾ ਵਧੀਆ ਸਵਾਲ ਆ ਤੁਹਾਡਾ ਹਰਪ੍ਰੀਤ ਸਿੰਘ ਜੀ। ਜਿਹੜੀ ਇੱਥੋਂ ਮੈਨੂੰ ਕੰਮ ਕਰਦੇ ਨੂੰ ਭਾਵੇਂ 3-4 ਸਾਲ ਹੋ ਗਏ ਸੰਸਥਾ ਦੇ ਨਾਲ ਜੀ, ਲੇਕਿਨ ਤੁਹਾਡਾ ਜਿਹੜਾ ਸਵਾਲ ਆ ਜੀ ਮਾਇਆ ਦਾ, ਖਾਸ ਕਰਕੇ ਮਾਇਕ ਤੌਰ ਤੇ, ਇੱਕ ਇਹੋ ਜਿਹੇ ਕਾਰਜ ਨੇ ਜੀ, ਚਾਹੇ ਉਹ ਕੈਂਸਰ ਵਾਲੀਆਂ ਸਾਡੀਆਂ ਸੰਸਥਾਵਾਂ ਨੇ, ਚਾਹੇ ਇਹ ਸੰਸਥਾ ਆ, ਸਾਨੂੰ ਬਹੁਤ ਘੱਟ ਮੰਗਣ ਜਾਣ ਦੀ ਲੋੜ ਪਈ ਆ। ਅੱਛਾ ਜੀ। ਸਾਡਾ ਕੰਮ ਵੇਖ ਕੇ ਲੋਕ ਆਪਣੇ ਆਪ ਅਪਰੋਚ ਕਰਦੇ ਨੇ। ਓਕੇ, ਇਹ ਇਹੋ ਜਿਹੀਆਂ ਸੰਸਥਾਵਾਂ ਜਿੰਨੀਆਂ ਵੀ ਨੇ। ਅੱਛਾ ਜੀ। ਲੇਕਿਨ ਸਿਰਫ ਇਹ ਹੈ ਕਿ ਸਾਨੂੰ ਕੰਮ ਦਿਖਾਉਣ ਦੇ ਵਾਸਤੇ ਮਿਹਨਤ ਜ਼ਰੂਰ ਕਰਨੀ ਪੈਂਦੀ। ਮੈਂ ਤੁਹਾਨੂੰ ਲਾਸਟ ਈਅਰ ਦੀ ਗੱਲ ਦੱਸਦਾ ਜੀ। ਸਾਡੇ ਸ਼ਹਿਰ ਤੋਂ ਐਪਸਪੋਰਟ ਉਸਤਾਦ ਨਛੱਤਰ ਸਿੰਘ ਸੰਧੂ ਨੇ, ਉਹਨਾਂ ਨੇ ਆਪ ਅਪਰੋਚ ਕੀਤੀ ਮਾਇਕ ਤੌਰ ਤੇ ਸਹਾਇਤਾ ਕਰਨ ਵਾਸਤੇ। ਮੈਂ ਨਹੀਂ ਮੰਗੇ ਉਹਨਾਂ ਕੋਲੋਂ, ਉਹ ਸੁਣਦੇ ਹੋਣਗੇ, ਉਹਨਾਂ ਨੇ ਸੁਣਨਾ ਟਾਕ ਸ਼ੋ ਤੁਹਾਡਾ। ਉਸ ਤੋਂ ਇਲਾਵਾ ਫਰੂਟੀ ਕੈਨਾ ਸਾਹਿਬ ਜਰਨੈਲ ਸਿੰਘ ਨੇ, ਸੇਫ ਡਰਾਈਵਿੰਗ ਸਕੂਲ ਆ, ਬਹੁਤ ਸਾਰੇ ਐਪਸਪੋਰਟ ਦੇ, ਈਵਨ ਡਾਕਟਰ ਜੀ, ਸਾਰੇ ਐਪਸਪੋਰਟ ਦੇ ਬਹੁਤ ਸਾਰੇ ਡਾਕਟਰਾਂ ਦੀ ਟੀਮ ਸਾਡੇ ਪਿੱਛੇ ਖੜੀ ਹੈ। ਉਹਨਾਂ ਦੇ ਸਹਿਯੋਗ ਨਾਲ ਸਾਡਾ ਸਾਰਾ ਇਹ ਕਾਰਜ ਕਰ ਰਹੇ ਹਾਂ। ਜਿਹੜੀ ਮੇਨ ਇੰਪੋਰਟੈਂਟ ਗੱਲ ਆ ਜੀ ਉਹ ਇਹ ਹੈ ਕਿ ਅਸੀਂ ਪੈਸੇ ਦੀ ਡਿਮਾਂਡ ਨਹੀਂ ਕਰਦੇ ਕਿਸੇ ਕੋਲੋਂ ਵੀ। ਅਸੀਂ ਕਹਿੰਦੇ ਹਾਂ ਕਿ ਜਦੋਂ ਤੁਹਾਡੇ ਪਿੰਡ ਜਾਂ ਤੁਹਾਡੇ ਸਪਾਂਸਰ ਨਾਲ ਜਿੱਥੇ ਵੀ ਕੈਂਪ ਲੱਗੂਗਾ, ਜੋ ਵੀ ਉਹਦੀ ਕੋਸਟ ਆ ਤੁਸੀਂ ਆਪ ਪੇ ਕਰੋ ਡਾਕਟਰ। ਓਕੇ, ਸਾਨੂੰ ਅਸੀਂ ਤੁਹਾਡੇ ਤੋਂ ਲੈ ਕੇ ਅਸੀਂ ਉਹਨਾਂ ਨੂੰ ਦੇਣੇ ਆ। ਠੀਕ, ਬੈਟਰ ਇਹ ਹੈ ਕਿ ਤੁਸੀਂ ਆਪ ਪੇ ਕਰੋ, ਤੁਹਾਨੂੰ ਆਪ ਨੂੰ ਪਤਾ ਹੋਵੇ ਕਿ ਉਹਨਾਂ ਦੀਆਂ ਸਰਜਰੀਆਂ ਹੋਈਆਂ ਨੇ ਜਾਂ ਉਹਨਾਂ ਦੇ ਐਨਕਾਂ ਲੱਗੀਆਂ ਨੇ ਜਾਂ ਇਕੱਲੀ ਮੈਡੀਸਨ ਆ। ਠੀਕ, ਸੋ ਇਸ ਵਾਸਤੇ ਇਹ ਸਾਡਾ ਸਭ ਤੋਂ ਪਹਿਲ ਇਹ ਹੁੰਦੀ ਆ ਕਿ ਆਪ ਆਪਣੇ ਤੁਸੀਂ ਪੈਸੇ ਪੇ ਕਰੋ। ਠੀਕ ਹੈ, ਤਾਂ ਇਹਦੇ ਵਾਸਤੇ ਹੁਣ ਇੱਕ ਜਿਹੜਾ ਕੈਂਪ ਲੱਗਦਾ ਹੈ, ਕਿੰਨਾ ਕੁ ਅਪਰੋਕਸੀਮੇਟਲੀ ਖਰਚਾ ਆ ਜਾਂਦਾ ਹੈ, ਤੇ ਜੇਕਰ ਕਿਸੇ ਨੇ ਇਸ ਦੇ ਵਿੱਚ ਹਿੱਸਾ ਪਾਉਣਾ ਹੋਵੇ ਤਾਂ ਕਿਵੇਂ ਸੰਪਰਕ ਬਣਾਇਆ ਜਾ ਸਕਦਾ? ਤਕਰੀਬਨ ਜੀ ਜਿਹੜਾ ਕੈਂਪ ਦਾ ਸਾਈਜ਼ ਤੇ ਡਿਪੈਂਡ ਕਰਦਾ ਜੀ। ਆਮ ਤੌਰ ਤੇ ਜਿਹੜੇ ਵੱਡੇ ਸਾਈਜ਼ ਨੇ ਕੈਂਪ ਦੇ ਉੱਤੇ $5,000। ਠੀਕ ਹੈ, ਲੇਕਿਨ ਜਿਹੜਾ ਮੀਡੀਅਮ ਸਾਈਜ਼ ਆ ਉਹਦੇ ਤੇ $3,000 ਖਰਚਾ ਆ ਜਾਂਦਾ। ਠੀਕ ਹੈ ਜੀ। ਸਾਡੇ ਕੋਲ ਬਹੁਤ ਸਾਰੇ ਸਪਾਂਸਰ ਇਹੋ ਜਿਹੇ ਹੁੰਦੇ ਜਿਹੜੇ ਆਪਣੇ ਪਿੰਡ ਨੂੰ ਕਰਦੇ ਨੇ ਜੀ। ਕੋਈ ਸਪਾਂਸਰ ਇਹੋ ਜਿਹੇ ਨੇ, ਉਹ ਕਹਿੰਦੇ ਅਸੀਂ ਇੱਥੇ ਵਸਦੇ ਹਾਂ, ਸਾਨੂੰ 28-30 ਸਾਲ ਹੋ ਗਏ, ਸਾਡਾ ਸਾਰਾ ਪਿੰਡ ਹੀ ਨਹੀਂ, ਅਸਲ ਵਿੱਚ ਤਾਂ ਸਾਡਾ ਪਿੰਡ ਆਹ ਹੁਣ। ਠੀਕ, ਲੇਕਿਨ ਅਸੀਂ ਸਪਾਂਸਰ ਕਰਨਾ, ਅਸੀਂ ਜਿੱਥੇ ਲੋੜਵੰਦ ਗਰੀਬ ਲੋਕ ਨੇ ਜੀ, ਉਹਨਾਂ ਵਾਸਤੇ ਸਪਾਂਸਰ ਕਰਦੇ ਹਾਂ। ਬਹੁਤ ਖੂਬ। ਫਿਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਜਿੱਥੇ ਤੁਸੀਂ ਜਾਵੋਗੇ ਜਾਂ ਜਿੱਥੇ ਸਾਨੂੰ ਪਤਾ ਹੈ ਕਿ ਇੱਥੇ ਲੋੜਵੰਦ ਜ਼ਿਆਦਾ ਹੈਗੇ ਨੇ ਜੀ, ਅਸੀਂ ਉੱਥੇ ਲਗਾ ਲੈਂਦੇ, ਲੇਕਿਨ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਕਿਸੇ ਸੱਜਣ ਮਿੱਤਰ ਦੇ ਰਾਹੀਂ ਪੈਸੇ ਭੇਜੋ ਆਪ। ਠੀਕ ਹੈ, ਤਾਂ ਜੇਕਰ ਜ਼ਰੂਰੀ ਤੁਸੀਂ ਸਾਨੂੰ ਦੇਣ ਲੱਗਣੇ ਫਿਰ ਵੀ ਉੱਥੇ ਹੀ ਆ, ਲੇਕਿਨ ਸਾਡੇ ਵੱਲੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਆਪਣੇ ਹੱਥੀਂ ਆਪ ਲਾਓ। ਸੋ ਬੇਸਿਕਲੀ ਤੁਸੀਂ ਇੱਕ ਵਾਇਆ ਮੀਡੀਆ ਹੋ ਕਿ ਤੁਸੀਂ ਦੱਸ ਦਿੰਦੇ ਹੋ ਕਿੱਥੇ ਲੱਗਣਾ, ਕਿਸੇ ਨੇ ਕਿਹਾ ਤਾਂ ਉੱਥੇ ਤੁਸੀਂ ਆਰਗੇਨਾਈਜ਼ ਕਰ ਦਿੰਦੇ ਹੋ, ਸਾਰਾ ਖਰਚਾ ਆਪਣੇ ਆਪ ਡਾਇਰੈਕਟਲੀ ਲਓ। ਹਾਂਜੀ, ਇਹਦੇ ਬਾਰੇ ਹੋਰ ਕੋਈ ਜਾਣਕਾਰੀ ਲੈਣੀ ਹੋ ਤਾਂ ਕਿੱਥੇ ਸੰਪਰਕ ਕੀਤਾ ਜਾ ਸਕਦਾ? ਤੁਸੀਂ ਮੇਰੇ ਫੋਨ ਤੇ ਵੀ ਕਰ ਸਕਦੇ ਹੋ ਜੀ। 604-807-1121 ਮੇਰਾ ਨੰਬਰ ਹੈ ਜੀ। 604-807-1121। ਠੀਕ, ਤਕਰੀਬਨ ਮੋਸਟਲੀ ਸਾਰਾ ਜਿਹੜਾ ਮਾਲਵਾ ਜ਼ੋਨ ਆ ਉਹਦੀ ਮੈਂ ਕਵਰੇਜ ਕਰ ਰਿਹਾ ਜੀ, ਸਾਰਿਆਂ ਦੀ ਕੈਂਪਾਂ ਦੀ, ਜਿਸ ਤਰ੍ਹਾਂ ਫਾਜ਼ਿਲਕਾ, ਬੋਹਰਾ, ਬਠਿੰਡਾ ਆ, ਫਿਰੋਜ਼ਪੁਰ। ਸੋ ਬਾਕੀ ਸਾਡੀ ਟੀਮ ਹੈ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਸ਼ੁਰੂ ਤੋਂ ਯੂਪੀ ਤੋਂ ਕਰ ਰਹੇ ਹਾਂ। ਰਾਈਟ, 40 ਕੈਂਪ ਐਤਕੀ 2012 ਵਾਸਤੇ ਜਿਹੜੇ ਪਹਿਲਾਂ ਹੀ ਅਸੀਂ ਆਲਰੇਡੀ ਆਰਗੇਨਾਈਜ਼ ਕਰ ਚੁੱਕੇ ਹਾਂ। 40 ਕੈਂਪਾਂ ਦਾ 200 ਪਿੰਡ ਕਵਰ ਹੋਏਗਾ ਜੀ। ਬਹੁਤ ਖੂਬ ਜੀ, ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ, ਤੇ ਸ਼ੁਭ ਕਾਮਨਾਵਾਂ ਕਿ ਇੱਕ ਨੇਕ ਕੰਮ ਵਿੱਚ ਤੁਸੀਂ ਅੱਗੇ ਆਏ ਹੋ। ਧੰਨਵਾਦ ਤੁਹਾਡਾ। ਸਭ ਤੋਂ ਬਹੁਤ ਕੋਈ ਵੀ ਜਾਣਕਾਰੀ ਤੁਸੀਂ ਜੇਕਰ ਲੈਣੀ ਹੈ ਜੀ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਫੋਨ ਕਰ ਸਕਦੇ ਹੋ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਸੇਵਾ ਕਰੀਏ, ਅਤੇ ਅਸੀਂ ਜਿੱਥੇ ਅੱਜ ਇੱਥੇ ਇਹਨਾਂ ਮੁਲਕਾਂ 'ਚ ਆ ਕੇ ਸਾਡੇ ਤੇ ਗੁਰੂ ਨੇ ਬੜੀ ਬਖਸ਼ਿਸ਼ ਕੀਤੀ, ਆਓ ਸਾਰੇ ਯਤਨ ਕਰੀਏ ਕਿ ਅਸੀਂ ਵੱਧ ਤੋਂ ਵੱਧ ਨੇਕ ਕੰਮ ਕਰ ਸਕੀਏ ਅਤੇ ਗਰੀਬਾਂ ਦਾ ਭਲਾ ਕਰ ਸਕੀਏ।